ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 21ਵੀਂ ਪਦ ਪਹਿਲਾ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਮਹਾਰਾਜ ਦੀਆਂ ਰਮਜ਼ਾਂ ਨੂੰ ਪੂਰੀ ਤਰ੍ਹਾਂ ਸਮਝ ਸਕੇ। ਜਿੰਨੀ ਵੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰਦਾ ਹੈ, ਉਹਨਾਂ ਸੁਣਦਾ ਹੈ ਅਤੇ ਉਹਨਾਂ ਬੋਲਦਾ ਹੈ। ਗੁਰੂ ਦੀ ਮਿਹਰ ਦੇ ਨਾਲ ਹੀ ਇਨਸਾਨ ਚੱਲਦਾ ਹੈ, ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੀ ਰਚਨਾ ਕਰਕੇ ਲੋਕਾਈ ਦੇ ਉੱਤੇ ਇੱਕ ਬਹੁਤ ਵੱਡਾ ਅਹਿਸਾਨ ਕੀਤਾ ਹੈ। ਜਿਹੜਾ ਬਦਲਣ ਵਾਲਾ ਹੈ, ਚੱਲਣ ਵਾਲਾ ਹੈ, ਮੁੱਕਣ ਵਾਲਾ ਹੈ ਪ੍ਰਾਣੀ, ਉਹਨੂੰ ਪ੍ਰਭੂ ਦੇ ਨਾਲ ਜਿਹੜਾ ਅਚਲ ਹੈ, ਅਮੁੱਕ ਹੈ, ਟਾਈਮਲੈਸ ਹੈ, ਜੋੜਿਆ ਹੈ। ਪ੍ਰਾਣੀ ਅਤੇ ਪ੍ਰਭੂ ਦੇ ਵਿੱਚੋਂ ਵੱਖਰਾ ਹੋਇਆ ਉਹਦਾ ਹੀ ਰੂਪ ਇਨਸਾਨ ਹੈ। ਸੱਚੇ ਪਾਤਸ਼ਾਹ ਨੇ ਵਾਪਸੀ ਗੋ ਬੈਕ ਹੋਮ, ਜਿੱਥੋਂ ਪ੍ਰਾਣੀ ਆਇਆ ਹੈ, ਪੈਦਾ ਹੋਇਆ ਹੈ, ਉਹਦੇ ਵਿੱਚ ਸਮਾਉਣ ਦੀ ਹੀ ਵਿਧੀ ਬਹੁਤ ਚੰਗੇ ਤਰੀਕੇ ਦੇ ਨਾਲ ਸਮਝਾਈ ਹੈ। ਸੱਚੇ ਪਾਤਸ਼ਾਹ ਨੇ 24 ਅਸ਼ਟਪਦੀਆਂ ਦੀ ਰਚਨਾ ਕੀਤੀ ਹੈ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਨੇ ਪਦ ਕਰਕੇ ਸੰਬੋਧਨ ਕੀਤਾ ਹੈ। 8 ਪਦਾਂ ਵਾਲੀ ਅਸ਼ਟਪਦੀ ਟੋਟਲ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਇੱਕ ਅਸ਼ਟਪਦੀ ਦੇ ਵਿੱਚ 1,000 ਅੱਖਰ। ਸੱਚੇ ਪਾਤਸ਼ਾਹ ਨੇ ਸਮੇਂ ਦੀ ਕਿਰਿਆ ਦੇ ਨਾਲ ਜੋੜਨ ਦੇ ਲਈ, ਆਪਣੇ ਪਿਆਰੇ ਸਿੱਖ ਨੂੰ ਸੰਦੇਸ਼ਾ ਦੇਣ ਦੇ ਲਈ ਇਹ ਵਿਧੀ ਘੜੀ ਹੈ। 24 ਘੰਟੇ ਹਨ, 8 ਪਹਿਰ ਹਨ। 3 ਘੜੀਆਂ ਦਾ ਇੱਕ ਪਹਿਰ ਬਣਦਾ ਹੈ। ਮਿੰਟਾਂ ਸਕਿੰਟਾਂ ਤੋਂ ਸਮਾਂ ਸ਼ੁਰੂ ਹੁੰਦਾ ਹੈ, ਫਿਰ ਘੰਟੇ ਬਣਦੇ ਹਨ, ਫਿਰ ਪਹਿਰ ਬਣਦੇ ਹਨ, ਫਿਰ ਦਿਨ ਰਾਤ ਦੀ ਸਿਰਜਣਾ ਹੁੰਦੀ ਹੈ। 3 ਘੰਟੇ ਬਾਅਦ ਸਮੇਂ ਦਾ ਅਨੁਸ਼ਾਸਨ, ਸਮੇਂ ਦੀ ਕਿਰਿਆ ਬਦਲ ਜਾਂਦੀ ਹੈ। ਸਵੇਰ ਦਾ ਸਮਾਂ ਹੈ 3 ਘੰਟੇ ਦਾ, ਸੂਰਜ ਚੜ੍ਹਨ ਤੋਂ ਪਹਿਲਾਂ ਥੋੜ੍ਹਾ ਬਾਅਦ। ਫਿਰ ਦੁਪਹਿਰ ਦਾ ਸਮਾਂ ਹੈ। ਇਸ ਤਰ੍ਹਾਂ 8 ਦੇ 8 ਪਹਿਰ 3 ਘੰਟਿਆਂ ਦਾ ਸੰਕਲਪ ਸਮੇਂ ਦੀ ਵੱਖਰੀ ਵੱਖਰੀ ਕਿਰਿਆ ਨੂੰ ਪੇਸ਼ ਕਰਦਾ ਹੈ। ਇਸੇ ਤਰ੍ਹਾਂ ਹਿਊਮਨ ਮਾਈਂਡ ਹੈ ਜਿਹੜਾ, ਉਹ ਵੀ ਚੇਂਜ ਹੁੰਦਾ ਰਹਿੰਦਾ ਹੈ। ਹਰ 3 ਘੰਟੇ ਦੇ ਵਿੱਚ ਇਨਸਾਨ ਦਾ ਮਾਈਂਡ ਵੱਖਰੀ ਸਟੇਜ ਵਿੱਚ ਚਲਿਆ ਜਾਂਦਾ ਹੈ। ਜਿਵੇਂ ਪ੍ਰਭੂ ਨੂੰ ਸਿਮਰਨ ਵਾਲਾ ਸਮਾਂ ਤੜਕਾ, ਜਿਹਨੂੰ 4 ਵਜੇ ਬਹੁਤ ਸਾਰੇ ਗਿਆਨੀ ਪੁਰਸ਼ 2 ਵਜੇ 2 ਤੋਂ ਸ਼ੁਰੂ ਹੋ ਕੇ ਸੂਰਜ ਚੜ੍ਹਨ ਦੇ ਸਮੇਂ ਤੱਕ ਉਹਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਕਿਸੇ ਦਾ ਅੰਮ੍ਰਿਤ ਵੇਲਾ ਅਗੇਰਾ ਹੈ, ਕਿਸੇ ਦਾ ਪਛਲੇਰਾ ਹੈ। ਪਰ ਉਸ ਵੇਲੇ ਜੇ ਕੋਈ 8
ਵਜੇ ਸੌਂ ਜਾਂਦਾ ਹੈ, 7 ਵਜੇ ਸੌਂ ਜਾਂਦਾ ਹੈ। ਸਰੀਰ ਨੂੰ 4-5 ਘੰਟੇ ਆਰਾਮ ਦੀ ਲੋੜ ਹੈ, ਨੀਂਦ ਆਉਂਦੀ ਹੈ, ਅਤੇ 2 ਵਜੇ ਉੱਠ ਖਲੋਂਦਾ ਹੈ। ਬਹੁਤ ਹੀ ਇਕਾਂਤ ਮਨ ਜੁੜਨ ਵਾਲਾ ਸਮਾਂ ਚੁੱਪ ਚਾਪ ਹੈ। ਇਸੇ ਤਰ੍ਹਾਂ 2 ਤੋਂ 5-6 ਵਜੇ ਤੱਕ ਸ਼ਾਂਤੀ ਵਾਲਾ ਸਮਾਂ ਹੈ। ਮਨ ਨਿਰਪੱਖ ਹੈ, ਨਿਊਟਰਲ ਹੈ, ਫਰੈਸ਼ ਹੈ। ਇਹਦੇ ਨਾਲ ਕਰਤੇ ਦੀ ਜਿਹੜੀ ਸਾਧਨ ਹੈ ਬਹੁਤ ਹੀ ਲਾਭਦਾਇਕ ਸਿੱਧ ਹੋ ਸਕਦੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 24,000 ਅੱਖਰ ਪ੍ਰਾਣੀ ਦੇ 24,000 ਸਵਾਸ ਜਿਹੜੇ 24 ਘੰਟਿਆਂ ਦੇ ਵਿੱਚ ਲੈਂਦਾ ਹੈ। 24 ਅਸ਼ਟਪਦੀਆਂ, 24 ਘੰਟੇ ਦਿਨ ਰਾਤ। ਇੱਕ ਦਿਨ ਤੇ ਰਾਤ ਜਿਹੜੀ ਸਮੇਂ ਦੀ ਬੇਸਿਕ ਕਿਰਿਆ ਹੈ, ਉਹਦੇ ਨਾਲ ਪ੍ਰਭੂ ਦੀ ਭਗਤੀ, ਇਨਸਾਨ ਨੂੰ ਪ੍ਰਭੂ ਵੱਲ ਝੁਕ ਜਾਣਾ, ਇੱਕ ਰੂਟੀਨ ਬਦਲ ਦੇਣੀ, ਇਹ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ ਕਿ ਪ੍ਰਾਣੀ ਤੂੰ ਸਵਾਸ ਲੈਂਦਾ ਹੈ 1 ਘੰਟੇ ਦੇ ਵਿੱਚ 1000। ਵਿਚਾਰ ਕਰ, ਇਸ ਸਵਾਸਾਂ ਉੱਤੇ ਤੇਰਾ ਕੋਈ ਜ਼ੋਰ ਨਹੀਂ ਹੈ, ਤੇਰੀ ਮਰਜ਼ੀ ਨਾਲ ਨਹੀਂ ਆਉਂਦੇ। ਕਿੰਨੇ ਆਉਣੇ ਹਨ, ਕਿੰਨੇ ਬਾਕੀ ਹਨ। ਕਿਸੇ ਦੀ ਰਫ਼ਤਾਰ ਤੇਜ਼ ਹੈ, ਕਿਸੇ ਦੀ ਛੋਟੀ ਹੈ। ਇਹ ਆਪਣੇ ਆਪਣੇ ਆਪ ਦੇ ਸਰੀਰ ਦੀ ਕਿਰਿਆ ਹੈ। ਪਰ ਪ੍ਰੀਤਮ ਪਿਆਰੇ, ਹਰ ਸਵਾਸ ਨੂੰ ਪਿਆਰਾ ਅਤੇ ਮਿੱਠਾ ਅਤੇ ਮੋਕਸ਼ ਵਾਲਾ ਅਮਰ ਬਣਾਉਣਾ ਚਾਹੁੰਦੇ ਹਨ। ਹਰ ਸਵਾਸ ਦੇ ਵਿੱਚ ਇਲਾਹੀ ਖੁਸ਼ੀ ਭਰਨੀ ਚਾਹੁੰਦੇ ਹਨ, ਚਾਅ ਭਰਨਾ ਚਾਹੁੰਦੇ ਹਨ ਪ੍ਰਭੂ ਦੀ ਭਗਤੀ ਦਾ। ਪ੍ਰਾਣੀ ਪਲ ਪਲ, ਛਿਨ ਛਿਨ ਤੋਂ ਸ਼ੁਰੂ ਹੋ ਕੇ ਆਪਣੇ ਸਰੀਰ ਦੇ ਆਟੋ ਸਿਸਟਮ ਦੇ ਵਿੱਚ ਸਾਧਨਾ ਪਾ ਦੇਵੇ। ਉਹ ਕੰਮ ਧੰਦਾ ਕਰਦਾ ਹੋਇਆ, ਆਪਣੀ ਜ਼ਿੰਦਗੀ ਨੂੰ ਜੀਂਦਾ ਹੋਇਆ ਪ੍ਰਭੂ ਦੀ ਭਗਤੀ ਕਰ ਸਕਦਾ ਹੈ। ਉਹਨੂੰ ਸਮਾਂ ਛੱਡਣ ਦੀ ਲੋੜ ਨਹੀਂ ਹੈ, ਵਿਸ਼ੇਸ਼ ਇਸ ਕਰਕੇ ਕਿਉਂਕਿ ਪ੍ਰਭੂ ਨੇ ਇਨਸਾਨ ਦੇ ਸਰੀਰ ਨੂੰ ਇੰਨਾ ਸਮਰੱਥ ਬਣਾਇਆ ਹੈ ਕਿ ਉਹ 6 ਕਿਰਿਆਵਾਂ ਇੱਕੋ ਸਮੇਂ ਕਰ ਸਕਦਾ ਹੈ। ਪ੍ਰਭੂ ਦੀ ਭਗਤੀ ਜਿਵੇਂ ਮਨੁੱਖ ਦਾ ਬਣਾਇਆ ਹੋਇਆ ਕੰਪਿਊਟਰ ਹੈ, ਇੱਕੋ ਸਮੇਂ ਕਈ ਵਿੰਡੋਆਂ ਨੂੰ ਖੋਲ੍ਹਿਆ ਜਾ ਸਕਦਾ ਹੈ ਔਰ ਉਹਨਾਂ ਨੂੰ ਚਲਾਇਆ ਜਾ ਸਕਦਾ ਹੈ। ਪ੍ਰਭੂ ਦਾ ਬਣਾਇਆ ਹੋਇਆ ਇਨਸਾਨ ਸਰੀਰ ਮਨੁੱਖ ਦੇ ਬਣਾਏ ਹੋਏ ਕੰਪਿਊਟਰ ਤੋਂ ਬਹੁਤ ਅੱਗੇ ਹੈ। ਪ੍ਰਭੂ ਦੀ ਭਗਤੀ ਜਿਸ ਤਰ੍ਹਾਂ ਕਬੀਰ ਨੇ ਕੀਤੀ ਹੈ, ਇੱਕ ਪਾਸੇ ਆਪਣਾ ਕੱਪੜਾ ਬੁਣ ਰਿਹਾ ਹੈ, ਦੂਸਰੇ ਪਾਸੇ ਪ੍ਰਭੂ ਦਾ ਨਾਮ ਸਿਮਰਨ ਕਰ ਰਿਹਾ ਹੈ। ਇਹ ਇੱਕ ਆਦਤ ਬਦਲ ਦੀ ਜੁਗਤ ਹੈ। ਵੱਡੀ ਗੱਲ ਅਤੇ ਪਹਿਲੀ ਗੱਲ, ਆਪਣੇ ਸੁਭਾਅ ਨੂੰ ਬਦਲਣ ਦੇ ਲਈ ਇਨਸਾਨ ਨੂੰ ਉਪਰਾਲਾ ਕਰਨਾ ਪਵੇਗਾ, ਜਿਹੜਾ ਕਿ ਗੁਰੂ ਦੀ ਮਿਹਰ ਦੇ ਨਾਲ ਹੋ ਸਕਦਾ ਹੈ। ਹੈਬਿਟ ਚੇਂਜ ਪ੍ਰਭੂ ਸਹਾਇਤਾ ਕਰ ਸਕਦਾ ਹੈ। ਪ੍ਰਾਣੀ ਪ੍ਰਭੂ ਵੱਲ ਪਲੰਘਾ ਮਾਰਨ ਦੇ ਲਈ ਤਿਆਰ ਬਰ ਤਿਆਰ ਹੋ ਸਕਦਾ ਹੈ। ਸੱਚੇ ਪਾਤਸ਼ਾਹ ਨੇ ਹਰ ਅਸ਼ਟਪਦੀ ਦੇ ਅੱਗੇ ਸ਼ਲੋਕ ਦੀ ਕਿਰਪਾ ਕੀਤੀ ਹੈ। ਸ਼ਲੋਕ 21ਵੀਂ ਅਸ਼ਟਪਦੀ ਦੇ ਮੁੱਢ ਦੇ ਵਿੱਚ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਸਰਗੁਣ ਨਿਰਗੁਣ ਨਿਰੰਕਾਰ,
ਸੁਨ ਸਮਾਧੀ ਆਪ। ਪ੍ਰਭੂ ਦੇ ਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਡੈਫੀਨੇਸ਼ਨ ਕਰੈਕਟਰ ਆਫ ਗॉड, ਰੱਬ ਦਾ ਚਰਿੱਤਰ, ਉਹਦੀ ਪਰਸਨੈਲਿਟੀ, ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਇਹ ਪ੍ਰਭੂ ਦੀ ਪਰਸਨੈਲਿਟੀ ਹੈ। ਪੰਜਵੇਂ ਪਾਤਸ਼ਾਹ ਉਸੇ ਤਰ੍ਹਾਂ ਹੀ ਸਮਝਾ ਰਹੇ ਹਨ, ਕੋਈ ਤਬਦੀਲੀ ਨਹੀਂ ਹੈ। ਸਰਗੁਣ ਫਾਰਮਲੈਸ, ਨਿਰਗੁਣ ਨਿਰੰਕਾਰ, ਉਹ ਰਿਲੇਟਡ ਵੀ ਹੈ, ਐਬਸੋਲਿਊਟ ਵੀ ਹੈ, ਦੋਨੇ ਸਮੇਂ ਆਪ ਹੀ ਹੈ। ਅਤੇ ਉਹ ਆਪਣੇ ਆਪ ਦੀ ਸਮਾਧੀ ਦੇ ਵਿੱਚ ਜੁੜਿਆ ਹੋਇਆ ਹੈ, ਸੁੰਨਿਆ ਅਵਸਥਾ ਦੇ ਵਿੱਚ ਗਿਆ ਹੋਇਆ ਹੈ। ਜਿਸ ਤਰ੍ਹਾਂ ਪ੍ਰਾਣੀ ਵਿਸ਼ਰਾਮ ਦੇ ਅਨਕੌਂਸ਼ੀਅਸ ਅਵਸਥਾ ਦੇ ਵਿੱਚ ਚਲਾ ਜਾਂਦਾ ਹੈ। ਇਨਸਾਨ ਮਾਡਲ ਹੈ ਪ੍ਰਭੂ ਦਾ। ਫਰਕ ਇਤਨਾ ਹੈ, ਇਨਸਾਨ ਪ੍ਰਗਟ ਹੈ, ਪ੍ਰਭੂ ਨਿਰਗੁਣ ਹੈ, ਸਰਗੁਣ ਹੈ, ਨਿਰੰਕਾਰ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਹਨੇ ਆਪਣੀ ਰਚਨਾ ਸਾਜੀ ਹੈ, ਆਪਣੇ ਆਪ ਸਾਰਾ ਕੁਝ ਬਣਾਇਆ ਹੈ, ਮੈਨੂਫੈਕਚਰਰ ਹੈ, ਕ੍ਰੀਏਟਰ ਹੈ। ਫਿਰ ਆਪਣੇ ਬਣਾਏ ਉੱਤੇ ਪ੍ਰਸੰਨ ਹੁੰਦਾ ਹੈ ਅਤੇ ਆਪਣੀ ਆਰਾਧਨਾ ਆਪ ਹੀ ਕਰਦਾ ਹੈ। ਮਿਸਾਲ ਵਜੋਂ ਦਾਸ ਬੋਲ ਰਿਹਾ ਹੈ, ਤੁਸੀਂ ਸੁਣ ਰਹੇ ਹੋ। ਵਿਚਕਾਰ ਫਰਕ ਹੈ, ਰਿਸ਼ਤਾ ਹੈ ਬੋਲਣ ਅਤੇ ਸੁਣਨ ਦਾ। ਤਿੰਨ ਹਨ, ਬੋਲਣਾ, ਸੁਣਨਾ ਅਤੇ ਰਿਲੇਸ਼ਨ। ਇਸੇ ਤਰ੍ਹਾਂ ਪ੍ਰੀਤਮ ਪਿਆਰਾ ਹੈ, ਆਪ ਹੈ, ਰਚਨਾ ਹੈ ਅਤੇ ਦੋਨਾਂ ਦੇ ਵਿੱਚ ਸੰਬੰਧ ਹੈ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸੀਂ ਉਹਦਾ ਨਾਂ ਲੈਂਦੇ ਹਾਂ, ਤੁਸੀਂ ਨਿਤਨੇਮ ਕਰਦੇ ਹੋ, ਪਰ ਅੰਦਰ ਉਹੀ ਵੱਸਦਾ ਹੈ। ਅਸਲ 'ਚ ਅਸੀਂ ਐਗਜ਼ਿਸਟ ਹੀ ਨਹੀਂ ਕਰਦੇ। ਅਸੀਂ, ਤੁਸੀਂ, ਮੈਂ, ਯੂ ਕਹਿਣ ਦੀਆਂ ਬਾਤਾਂ ਹਨ। ਸਾਰਿਆਂ ਦੇ ਵਿੱਚ ਇੱਕੋ ਹੀ ਸਮੇਂ ਉਹ ਬਿਰਾਜਮਾਨ ਹੈ। ਉਹਦਾ ਨਾਮ ਲੈਂਦੇ ਹਾਂ। ਸਾਡੇ ਸਰੀਰਾਂ ਰਾਹੀਂ ਉਹ ਆਪਣਾ ਨਾਮ ਆਪ ਹੀ ਜਪਦਾ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਰਚਨਾ ਰਚ ਦਿੱਤੀ, ਉਹਨੂੰ ਦੇਖ ਕੇ ਬੋਲਿਆ ਅਤੇ ਫਿਰ ਸੁੰਨਿਆ ਅਵਸਥਾ ਦੇ ਵਿੱਚ ਚਲੇ ਗਿਆ। ਫਿਰ ਆਪਣੀ ਭਗਤੀ ਆਪ ਹੀ ਕੀਤੀ, ਨਿਹਾਲ ਹੋ ਗਿਆ। ਅਸ਼ਟਪਦੀ ਜਬ ਆਕਾਰ ਏਕ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਸ ਅਵਸਥਾ ਦੇ ਵਿੱਚ ਹਨ। ਉਹਨਾਂ ਨੂੰ ਨਜ਼ਰ ਪੈ ਰਿਹਾ ਹੈ, ਪ੍ਰਭੂ ਨੇ ਜਦੋਂ ਸੰਸਾਰ ਦੀ ਉਤਪਤੀ ਕੀਤੀ, ਅਜੇ ਪ੍ਰਗਟ ਨਹੀਂ ਸੀ ਹੋਈ ਕ੍ਰੀਏਸ਼ਨ।
ਇਨਸਾਨ ਬਣਿਆ ਨਹੀਂ ਸੀ, ਪੈਦਾ ਨਹੀਂ ਸੀ ਹੋਇਆ, ਨਾ ਹੀ ਹੋਰ ਕੁਝ। ਚੁੱਪ ਚਾਪ ਸੁਣਿਆ ਅਵਸਥਾ ਆਪ ਹੀ ਪ੍ਰਭੂ, ਹੋਰ ਕੁਝ ਵੀ ਨਹੀਂ। ਜਦੋਂ ਪ੍ਰਭੂ ਪਿਆਰੇ ਨੂੰ ਮਹਿਸੂਸ ਹੋਇਆ ਕਿ ਕੁਝ ਹੋਣਾ ਚਾਹੀਦਾ ਹੈ, ਸਾਰਾ ਕੁਝ ਇੱਕ ਛਿਨ ਦੇ ਵਿੱਚ ਪੈਦਾ ਹੋ ਗਿਆ। ਜਦ ਕੁਝ ਵੀ ਨਹੀਂ ਸੀ, ਉਹ ਆਪ ਹੀ ਸੀ, ਅਨੇਕ ਰੂਪ ਨਹੀਂ ਬਣਿਆ ਸੀ। ਫਿਰ ਪਾਪ ਤੇ ਪੁੰਨ ਦੀ ਕਹਾਣੀ ਚੱਲੀ ਨਹੀਂ ਸੀ, ਇਹਨਾਂ ਦਾ ਕੋਈ ਮਤਲਬ ਨਹੀਂ ਸੀ। ਪ੍ਰਭੂ ਆਪ ਹੀ ਸੀ ਤੇ ਪਾਪ ਕੌਣ ਕਰਦਾ, ਪੁੰਨ ਕੌਣ ਕਰਦਾ, ਦੋਨੇ ਪਾਸੇ ਆਪ ਸੀ। ਪਰ ਹੁਣ ਉਹਨੇ ਕ੍ਰੀਏਸ਼ਨ ਪੈਦਾ ਕਰ ਦਿੱਤੀ, ਵੱਖਰੇ ਵੱਖਰੇ ਇਨਸਾਨ ਬਣਾ ਦਿੱਤੇ, ਬੇਸ਼ੁਮਾਰ ਰਚਨਾ ਰਚ ਦਿੱਤੀ। ਬਖਰੇਵਾਂ ਬਖਰੇਵਾਂ, ਵੱਖਰਾ ਮਨ, ਵੱਖਰਾ ਦਿਮਾਗ, ਖਿਆਲ ਆਪੋ ਆਪਣੇ ਟਕਰਾ, ਚੰਗਾ ਤੇ ਮਾੜਾ ਹੁੰਦਾ ਹੈ, ਵਾਪਰਦਾ ਹੈ ਆਪਸ ਦੇ ਵਿੱਚ। ਪਰ ਇਹ ਉਦੋਂ ਸੰਭਵ ਨਹੀਂ ਸੀ ਜਦੋਂ ਇਹ ਕ੍ਰੀਏਸ਼ਨ ਜ਼ਾਹਰ ਨਹੀਂ ਹੋਈ ਸੀ। ਇਹ ਸੰਸਾਰ ਦੇ ਵਿੱਚ ਇੱਕੋ ਇੱਕ ਪ੍ਰਭੂ ਆਪ ਸੀ। ਆਪ ਪ੍ਰਭੂ ਪਾਪ ਤੇ ਪੁੰਨ ਦੋਨਾਂ ਤੋਂ ਵੱਖਰਾ ਸੀ, ਇੱਕ ਸੀ, ਅਨੇਕ ਹੋਂਦ ਦੇ ਵਿੱਚ ਨਹੀਂ ਸੀ ਆਇਆ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਦੋਂ ਪ੍ਰਭੂ ਪਿਆਰੇ ਸੁਨ ਸਮਾਧੀ ਦੇ ਵਿੱਚ ਸੀ, ਸਰਗੁਣ ਤੇ ਨਿਰਗੁਣ ਤੇ ਨਿਰੰਕਾਰ ਦੇ ਰੂਪ ਦੇ ਵਿੱਚ, ਉਸ ਵੇਲੇ ਬੈਰ ਵਿਰੋਧ ਕਿਹਦੇ ਨਾਲ ਹੋਣਾ ਸੀ? ਪਰਮਾਤਮਾ ਨੇ ਆਪਣੀ ਰਚਨਾ ਨੂੰ ਬਣਾ ਦਿੱਤਾ, ਰਚਨਾ ਦੇ ਵਿੱਚ ਸਮੋ ਗਿਆ, ਪਰ ਬਖਰੇਵਾਂ ਪੈਦਾ ਹੋ ਗਿਆ। ਕਿਸੇ ਦੇ ਲਈ ਕੁਝ ਪਾਪ ਹੈ, ਬਿਲਕੁਲ ਉਹੀ ਵਿਚਾਰ ਕਿਸੇ ਦੇ ਲਈ ਪੁੰਨ ਹੈ। ਪੁੰਨ ਤੇ ਪਾਪ ਬਣ ਗਏ, ਚੰਗਾ ਤੇ ਮਾੜਾ ਪੈਦਾ ਹੋ ਗਏ। ਪਰ ਉਸ ਵੇਲੇ ਜਦੋਂ ਪਰਮੇਸ਼ਰ ਆਪਣੇ ਨਿਰੰਕਾਰ ਸਰਗੁਣ ਨਿਰਗੁਣ ਸਰੂਪ ਦੇ ਵਿੱਚ ਸੀ ਤੇ ਆਪ ਦੀ ਸੁਨ ਸਮਾਧੀ ਦੇ ਵਿੱਚ ਲੀਨ ਸੀ, ਉਸ ਵੇਲੇ ਬੈਰ ਨਾਂ ਦੀ ਕੋਈ ਚੀਜ਼ ਨਹੀਂ ਸੀ ਤੇ ਨਾ ਹੀ ਵਿਰੋਧ ਸੀ। ਕੌਣ ਵਿਰੋਧ ਕਿਸ ਨਾਲ ਕਰਦਾ, ਕਿਹੜਾ ਕਿਹਦੇ ਨਾਲ ਬੈਰ ਕਮਾਉਂਦਾ? ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਇਕੱਲਾ ਹੀ ਸੀ, ਤੇ ਉਹ ਵੀ ਮਹਾ ਭਗਤੀ ਦੀ ਅਵਸਥਾ ਦੇ ਵਿੱਚ ਲੀਨ ਸੀ, ਮਹਾ ਆਨੰਦ ਦੇ ਵਿੱਚ ਲੀਨ ਸੀ। ਜਬ ਇਸਕਾ ਵਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸ ਵਿਆਪਤ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ,
ਜੇ ਜਦ ਕੋਈ ਰੰਗ ਨਹੀਂ ਸੀ ਇਨਸਾਨ ਦਾ, ਮਿਸਟਰ ਹਿਊਮਨ ਬੀਇੰਗ ਦਾ ਨਾਂ ਨਿਸ਼ਾਨ ਨਹੀਂ ਸੀ, ਕਿਸ ਤਰ੍ਹਾਂ ਦਾ ਹੋਵੇਗਾ, ਕਿਸ ਤਰ੍ਹਾਂ ਤੁਰੇਗਾ ਧਰਤੀ ਦਾ ਰਾਜਾ ਇਨਸਾਨ, ਇਸ ਪਲੈਨਟ ਦਾ ਸਿਰ ਮੋਰ, ਕਿਸ ਤਰ੍ਹਾਂ ਵਿਚਰੇਗਾ ਤੇ ਕਿਸ ਤਰ੍ਹਾਂ ਦਾ ਹੋਵੇਗਾ। ਕੋਈ ਮੂੰਹ ਬਹਾਦਰਾ ਵੀ ਨਹੀਂ ਸੀ। ਇਨਸਾਨ ਦਾ ਆਕਾਰ ਪ੍ਰਭੂ ਦੇ ਜਿਹਨ ਵਿੱਚ ਸੀ, ਪ੍ਰਗਟ ਨਹੀਂ ਸੀ। ਉਦੋਂ ਖੁਸ਼ੀ ਕੀ ਸੀ, ਗਮੀ ਕੀ ਸੀ, ਸਾਰੇ ਪਾਸੇ ਪ੍ਰਭੂ ਹੀ ਸੀ। ਨਾ ਹਰਖ ਸੀ, ਨਾ ਸੋਗ ਸੀ, ਨਾ ਬੈਰ ਸੀ, ਨਾ ਵਿਰੋਧ ਸੀ। ਸਾਰਾ ਕੁਝ ਸੁੰਨਿਆ ਅਵਸਥਾ ਦੇ ਵਿੱਚ ਸੀ। ਪ੍ਰਭੂ ਆਪਣੀ ਆਪ ਦੀ ਭਗਤੀ ਦੇ ਵਿੱਚ ਲੀਨ ਸੀ। ਇਨਸਾਨ ਦਾ ਕੋਈ ਰੰਗ, ਸ਼ਕਲ, 2 ਲੱਤਾਂ, 2 ਬਾਹਾਂ, 2 ਕੰਨ, ਨੱਕ, ਆਕਾਰ ਬਾਰੇ ਕੋਈ ਸੋਚ ਵੀ ਨਹੀਂ ਸੀ। ਸਿਰਫ ਤੇ ਸਿਰਫ ਪਰਮਾਤਮਾ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਖਿਆਲ ਪਲ ਰਿਹਾ ਸੀ। ਉਸ ਵੇਲੇ ਖੁਸ਼ੀ ਜਿਹੜੀ ਅੱਜ ਕੱਲ੍ਹ ਅਸੀਂ ਕਰਦੇ ਹਾਂ, ਸੋਗ ਦੇ ਵਿੱਚ ਚਲੇ ਜਾਂਦੇ ਹਾਂ, ਇਹ ਬਿਲਕੁਲ ਨਾ ਵਾਕਫ ਸੀ। ਇਹਦਾ ਕਿਸੇ ਨੂੰ ਕੁਝ ਨਹੀਂ ਸੀ ਪਤਾ, ਕਿਹੜਾ ਕਿਹਦੇ ਨਾਲ ਖੁਸ਼ ਹੁੰਦਾ, ਕਿਹੜਾ ਕਿਹਦੇ ਨਾਲ ਬੈਰ ਕਮਾਉਂਦਾ, ਹਰਖ ਕਰਦਾ, ਗੁੱਸਾ ਕਰਦਾ। ਆਪਣੇ ਆਪ 'ਚ ਨਿਰੰਕਾਰ ਵਸਤ ਸੀ, ਲੀਨ ਸੀ। ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾਂ ਕਿਸ ਹੋਵਤ ਭਰਮ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਜਦੋਂ ਇੱਕ ਸੀ, ਰਚਨਾ ਨਹੀਂ ਸੀ ਬਣਾਈ, ਕਾਰੀਗਰ ਮਸਤੀ ਦੇ ਵਿੱਚ ਬੈਠਾ ਸੀ, ਕਲਾ ਨਹੀਂ ਸੀ ਅਜਮਾਈ, ਸਾਰਾ ਕੁਝ ਉਹਦੇ ਮਨ ਦੇ ਵਿੱਚ ਸੀ, ਮਹਾ ਆਨੰਦ ਦੀ ਅਵਸਥਾ ਦੇ ਵਿੱਚ ਸੀ। ਉਸ ਵੇਲੇ ਪਿਆਰ ਨਾਂ ਦੀ ਚੀਜ਼ ਅਜੇ ਪੈਦਾ ਨਹੀਂ ਸੀ ਹੋਈ। ਕੌਣ ਕਿਹਦੇ ਨਾਲ ਪਿਆਰ ਕਰਦਾ, ਕਾਹਦਾ ਭਰਮ ਕਰਦਾ ਕੋਈ, ਇਹ ਨਾ ਉਸ ਵੇਲੇ ਕੋਈ ਬਹਿਣਾ ਨਹੀਂ ਸੀ ਰੱਖਦੇ। ਸਾਰੇ ਪਾਸੇ ਆਪ ਵੱਡਾ ਦਾਤਾ, ਦੂਸਰੀ ਕ੍ਰੀਏਸ਼ਨ ਕੋਈ ਹੈ ਹੀ ਨਹੀਂ ਸੀ। ਉਹਦਾ ਨਾਮ ਲੈਣ ਵਾਲਾ ਇਨਸਾਨ ਅਜੇ ਪੈਦਾ ਬਣਾਇਆ ਨਹੀਂ ਗਿਆ ਸੀ। ਫਿਰ ਪਿਆਰ ਕਿਸ ਤਰ੍ਹਾਂ ਕਰਦਾ ਤੇ ਕਿਹਦੇ ਨਾਲ ਕਰਦਾ? ਉਹ ਆਪਣੀ ਭਗਤੀ ਆਪ ਹੀ ਕਰ ਰਿਹਾ ਸੀ। ਆਪਣਾ ਖੇਲ ਆਪ ਵਰਤੀਜੈ, ਨਾਨਕ ਕਰਨੇ ਹਾਰ ਨਾ ਦੂਜਾ। ਖੇਲ ਬੱਚੇ, ਛੋਟੇ ਛੋਟੇ ਨੰਨੇ ਫਰਿਸ਼ਤੇ ਜਦ ਖੇਡਦੇ ਹਨ, ਉਹਦਾ ਨਫਾ ਨੁਕਸਾਨ ਨਹੀਂ ਦੇਖਦੇ। ਖੇਲ ਮਨ ਦੇ ਨਾਲ ਖੇਡਦੇ ਹਨ। ਚੰਗੀ ਖੇਡ, ਪਿਆਰੀ ਖੇਡ, ਮੁੜ ਕੇ ਫੇਰ ਸ਼ੁਰੂ, ਕੋਈ ਜਿੱਤ ਗਿਆ, ਕੋਈ ਹਾਰ ਗਿਆ। ਬੱਚਿਆਂ ਦਾ ਦਿਲ ਪਰਚਾਉਣ ਦਾ ਸਾਧਨ ਹੈ। ਆਪਣੇ ਆਪ ਨੂੰ ਪ੍ਰਸੰਨ ਰੱਖਣਾ ਖੇਲ ਹੈ।
ਇਸੇ ਤਰ੍ਹਾਂ ਪ੍ਰੀਤਮ ਪਿਆਰੇ ਨੇ ਦੁਨੀਆ ਦੀ ਖੇਲ ਬਣਾਈ ਹੋਈ ਹੈ। ਕੋਈ ਖੁਸ਼ ਹੈ, ਕੋਈ ਨਿਰਾਸ਼ ਹੈ, ਪਰ ਪ੍ਰੀਤਮ ਪਿਆਰਾ ਇਸ ਖੇਡ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈ। ਮੌਲਦਾ ਹੈ, ਮਸਜਿਦ ਦੇ ਵਿੱਚ ਹੈ, ਪ੍ਰਸੰਨ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਉਹਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਹੜਾ ਇਸ ਤਰ੍ਹਾਂ ਦਾ ਕ੍ਰੀਏਟਰ ਹੋਵੇ, ਇਸ ਤਰ੍ਹਾਂ ਦਾ ਬਣਾਉਣ ਵਾਲਾ ਹੋਵੇ, ਕਾਰੀਗਰ ਹੋਵੇ, ਕਲਾ ਵਾਲਾ ਹੋਵੇ। ਦੂਜਾ ਹੈ ਹੀ ਕੋਈ ਨਹੀਂ, ਇੱਕੋ ਇੱਕ ਆਪ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਕ੍ਰੀਏਸ਼ਨ ਆਫ ਯੂਨੀਵਰਸ, ਆ ਸਾਰਾ ਖਲਾ ਪੈਦਾ ਹੋਣ ਤੋਂ ਪਹਿਲਾਂ ਪ੍ਰਭੂ ਦੇ ਸੁਭਾਅ ਬਾਰੇ, ਪ੍ਰਭੂ ਦੀ ਸਮਾਧੀ ਬਾਰੇ ਖਿਆਲ ਆਉਣ ਤੋਂ ਪਹਿਲਾਂ ਕ੍ਰੀਏਸ਼ਨ ਦਾ ਕ੍ਰੀਏਟਰ ਦੇ ਮਨ ਵਿੱਚ ਵਿਸਤਾਰ ਪੂਰਵਕ ਸਾਨੂੰ ਸਮਝਾਇਆ ਹੈ। ਗੁਰੂ ਪਿਆਰਿਓ, ਇੱਕ ਵਾਰ ਅੰਗਰੇਜ਼ੀ ਦੇ ਵਿੱਚ ਆਪਾਂ ਸ਼ਲੋਕ ਨੂੰ ਪਹਿਲਾਂ ਵਿਚਾਰਦੇ ਹਾਂ। ਸ਼ਲੋਕ: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, आपन किया नानका आपे ही फिर जाप। Formless, Lord is himself related and absolute. He himself is in primordial trance. आपन किया नानका आपे ही फिर जाप। Nanak, through his own creation, he again meditates on himself. He is the creator, and then he stays in the creation, and he maintains himself separate, but same time he is also in creation. Then creation meditates on him. That's also himself. He goes to the meditation era and sing his own Ashtapadi. Jab akar ek Krishna drishteta, paap pun tab kehte hota. When this world had not appeared in any form, then by whom were bad acts and good acts? Who commit good or bad acts? There was no universe created that time. जब धारी अपनी सुन समाध, तब वैर विरोध किस संग कमात. When the Lord himself was in profound concentration, against whom then were enmity and jealousy, there was not any opposition. So no jealousy harbored. जब इसका वर्ण चिन्ह न जापत, तब हर्क सोग कहूँ किस व्यापत. When no color or outline of this man was seen, say who then was affected joy and sorrow. जब आपन आप पार ब्रह्म, तब मोह कहाँ
किस होबत भरम, when the Supreme Lord himself was all in all, then there was worldly love, and who had superstition? There was no other than him. Creation was not there, and all the vocabulary human made afterwards, good, bad, sad, happiness, they did not exist. Apad khel aap bartijai. His play he himself has spread out. Nanak karne haar na dooja. Nanak, there is no other creator. There is no other doer. Only he is himself. And he is playing his own universe. ਗੁਰੂ ਪਿਆਰਿਓ, ਸੰਖੇਪ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਹਨ ਕਿ ਪ੍ਰਾਣੀ ਸੋਚ ਮਨ ਦੇ ਵਿੱਚ ਤੂੰ ਹੁਣ ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਧਰਤੀ ਤੇ ਆਇਆ ਹੈ। ਤੂੰ ਸੋਵਰਨ ਹੈ, ਪੂਰਾ ਆਜ਼ਾਦ ਹੈ, ਚੰਗਾ ਮਾੜਾ ਕਰ ਸਕਦਾ ਹੈ। ਪ੍ਰਭੂ ਨੇ ਤੈਨੂੰ ਖੁਦ ਮੁਖਤਿਆਰੀ ਦਿੱਤੀ ਹੈ। ਪਰ ਉਹ ਸਮਾਂ ਸੋਚ ਜਦੋਂ ਸੰਸਾਰ ਦੀ ਉਤਪਤੀ ਨਹੀਂ ਹੋਈ ਸੀ। ਇਹ ਤਾਰੇ, ਇਹ ਸੂਰਜ, ਇਹ ਗਲੈਕਸੀਜ਼, ਆਕਾਸ਼ ਦੇ ਉੜਨ ਵਾਲੇ ਆਲ ਛੋਟੇ ਮੋਟੇ ਆਬਜੈਕਟ ਨਹੀਂ ਸੀ ਬਣੇ। ਪਾਣੀ, ਹਵਾ, ਐਨਰਜੀ ਜ਼ਾਹਰ ਨਹੀਂ ਸੀ ਹੋਈ। ਸਿਰਫ ਤੇ ਸਿਰਫ ਇੱਕ ਸੀ, ਉਹ ਆਪਣੇ ਰੂਪ ਦੇ ਵਿੱਚ ਫਾਰਮਲੈਸ ਰੂਪ ਦੇ ਵਿੱਚ ਸੀ। ਉਸ ਵੇਲੇ ਖੁਸ਼ੀ ਤੇ ਗਮੀ ਦਾ ਸਵਾਲ ਹੀ ਨਹੀਂ ਪੈਦਾ ਉੱਠਦਾ। ਚੰਗੇ ਤੇ ਮਾੜੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਕੌਣ ਕਿਹਦਾ ਚੰਗਾ ਕਰਦਾ, ਕੌਣ ਕਿਹਦਾ ਮਾੜਾ ਕਰਦਾ, ਸਾਰੇ ਪਾਸੇ ਆਪ ਹੀ ਆਪ ਸੀ। ਉਸ ਵੇਲੇ ਪ੍ਰੀਤਮ ਪਿਆਰਾ ਆਪਣੀ ਰਚਨ ਬਾਰੇ ਮਨ ਦੇ ਵਿੱਚ ਵਿਚਾਰ ਕਰ ਰਿਹਾ ਸੀ। ਜਦੋਂ ਉਹਨੂੰ ਲੋੜ ਮਹਿਸੂਸ ਹੋਈ ਕਿ ਇਸ ਖਾਲੀ ਦੇ ਵਿੱਚ ਕੁਝ ਹੋਣਾ ਚਾਹੀਦਾ ਹੈ, ਤਾਂ ਇਹ ਭਰ ਗਿਆ। ਫਿਰ ਉਹ ਆਪਣੀ ਆਪ ਦੀ ਆਰਾਧਨਾ ਕਰਦਾ, ਮਸਤੀ ਦੇ ਵਿੱਚ ਮਹਾਨੰਦ ਅਵਸਥਾ ਦੇ ਵਿੱਚ ਚਲੇ ਜਾਂਦਾ। ਇਨਸਾਨ ਦਾ ਆਕਾਰ ਨਹੀਂ ਸੀ, ਨਾ ਕੁਝ ਹੋਰ ਦਾ ਆਕਾਰ। ਇਨਸਾਨ ਦੇ ਪੈਦਾ ਹੋਣ ਤੋਂ ਬਾਅਦ ਪਾਪ ਤੇ ਪੁੰਨ ਵੀ ਪੈਦਾ ਹੋ ਗਏ, ਚੰਗਾ ਤੇ ਮਾੜਾ ਵੀ ਪੈਦਾ ਹੋ ਗਿਆ। ਮੰਦੇ ਕਰਮ ਤੇ ਚੰਗੇ ਕਰਮ ਦਾ ਲੇਖਾ ਵੀ ਲੱਗਣ ਲੱਗ ਪਿਆ। ਪਰ ਜਦੋਂ ਉਹ ਇਕੱਲਾ ਸੀ, ਇਹ ਸ਼ਬਦ ਵੀ ਨਹੀਂ ਸਨ। ਕੌਣ ਇਹਨਾਂ ਤੇ ਅਮਲ ਕਰਦਾ, ਕੌਣ ਕਿਹਦੇ ਨਾਲ ਬੈਰ ਕਮਾਉਂਦਾ, ਕੌਣ ਕਿਹਦੇ ਉੱਤੇ ਪੁੰਨ ਕਰਦਾ ਤੇ ਕੌਣ ਪਾਪ ਕਮਾਉਂਦਾ।
ਉਹ ਆਪਣੀ ਮਸਤੀ ਦੇ ਵਿੱਚ ਸੀ, ਸਮਾਧੀ ਦੇ ਵਿੱਚ ਸੀ। ਬੈਰ ਵਿਰੋਧ ਐਗਜ਼ਿਸਟ ਨਹੀਂ ਕਰਦੇ ਸਨ, ਵੱਖਰੀ ਸੋਚ ਹੀ ਨਹੀਂ ਸੀ। ਉਹਦੀ ਆਪਣੀ ਇੱਕੋ ਇੱਕ ਸੋਚ ਸੀ, ਮਹਾ ਆਨੰਦ ਦੀ ਪੋਜ਼ਿਟਿਵ ਸੋਚ, ਸਿਰਫ ਤੇ ਸਿਰਫ ਖੁਸ਼ੀ। ਜਦੋਂ ਇਹ ਜੁਗਤ ਉਹਨੇ ਅਪਣਾਈ, ਆਪਣੀ ਕਲਾ ਨੂੰ ਵਰਤਿਆ, ਤਾਂ ਸ੍ਰਿਸ਼ਟੀ ਸਜ ਗਈ, ਸਾਰਾ ਕੁਝ ਬਣ ਗਿਆ। ਫਿਰ ਉਹਨੇ ਆਪਣੀ ਨਜ਼ਰ ਦੇ ਨਾਲ ਆਪਣੀ ਰਚਨਾ ਨੂੰ ਦੇਖ ਕੇ ਪ੍ਰਸੰਨਤਾ, ਨਿਹਾਲਤਾ ਪ੍ਰਗਟ ਕੀਤੀ ਤੇ ਨਾਲ ਹੀ ਕ੍ਰੀਏਸ਼ਨ ਨੂੰ ਮਹਿਸੂਸ ਕਰਕੇ ਮਹਾ ਆਨੰਦ ਦੀ ਅਵਸਥਾ ਦੇ ਵਿੱਚ ਪਹੁੰਚ ਗਏ। ਇਸ ਧਰਤੀ ਦਾ ਮਾਸਟਰਪੀਸ ਇਨਸਾਨ ਨਹੀਂ ਸੀ ਬਣਿਆ। ਇਹ ਸੰਤਾਪ, ਇਹ ਖੁਸ਼ੀ, ਇਹ ਸੋਗ, ਇਹ ਹਰਖ ਇਨਸਾਨ ਦੇ ਨਾਲ ਹੀ ਪੈਦਾ ਹੋਏ ਹਨ। ਕੋਈ ਕਿਸੇ ਦੇ ਨਾਲ ਧਰੋ ਨਹੀਂ ਸੀ ਕਮਾਉਂਦਾ। ਪਿਆਰ ਹੀ ਪਿਆਰ ਸੀ, ਉਹ ਵੀ ਆਪਣੇ ਆਪ ਦੇ ਨਾਲ, ਪ੍ਰਭੂ ਦਾ, ਪਾਰ ਬ੍ਰਹਮ ਦਾ, ਗਿਆਨ ਦਾ, ਅਕਲ ਦਾ, ਕਲਾ ਦਾ। ਪੋਜ਼ਿਟਿਵ ਪਿਆਰ ਇੱਕ। ਨੈਗੇਟਿਵਿਟੀ ਵਾਜ਼ ਨਾਟ ਦੇਅਰ। ਭਰਮ ਕਿਹਨੂੰ ਕਿਹਦੇ ਤੋਂ ਹੋਣਾ ਸੀ, ਇਹ ਵੀ ਨਹੀਂ ਸੀ। ਸੱਚ, ਕੋਈ ਝੂਠ, ਕੋਈ ਬਣਾਉਟੀ ਰਿਸ਼ਤਾ ਨਹੀਂ ਸੀ। ਉਹਨੇ ਆਪਣੀ ਖੇਲ ਖੇਡ ਦਿੱਤੀ, ਆਪਣੀ ਕ੍ਰੀਏਸ਼ਨ ਬਣਾ ਦਿੱਤੀ, ਜਿਹਦੇ ਵਿੱਚ ਅਸੀਂ ਵੀ ਸ਼ਾਮਲ ਹਾਂ, ਉਸ ਖੇਲ ਦੇ ਪਾਤਰ ਹਾਂ। ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਸਾਰੀ ਦੀ ਸਾਰੀ ਲੀਲਾ ਉਹਦੀ ਆਪ ਦੀ ਬਣਾਈ ਹੋਈ ਹੈ, ਦੂਸਰਾ ਕੋਈ ਨਹੀਂ ਹੈ। ਸਾਰੇ ਪਾਸੇ ਆਪ ਹੀ ਆਪ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ। ਉਹਦੀ ਬਣਾਈ ਹੋਈ ਕ੍ਰੀਏਸ਼ਨ, ਉਹਦੇ ਬਣਾਏ ਹੋਏ ਲੋਕ ਭਿੰਨ ਹਨ, ਉਹਨਾਂ ਦੇ ਵਿਚਾਰ ਭਿੰਨ ਹਨ, ਇੱਕ ਦੂਸਰੇ ਦੇ ਨਾਲ ਸੋਗ ਹਰਕ ਕਰਦੇ ਹਨ। ਪਿਆਰ, ਪ੍ਰੇਮ, ਬੈਰ ਵਿਰੋਧ ਆਪਣੇ ਆਪ ਵਿੱਚ ਕਰਦੇ ਹਨ, ਪਰ ਉਹ ਅਲੱਗ ਹੈ। ਉਹ ਖੇਲ ਦੇਖ ਰਿਹਾ ਹੈ, ਤਮਾਸ਼ਾ ਦੇਖ ਰਿਹਾ ਹੈ, ਆਪਣਾ ਬਣਾਇਆ ਹੋਇਆ ਆਪ ਦਾ ਤਮਾਸ਼ਾ ਆਪ ਦੇਖ ਰਿਹਾ ਹੈ, ਖੁਸ਼ ਹੋ ਰਿਹਾ ਹੈ, ਪ੍ਰਸੰਨ ਹੋ ਰਿਹਾ ਹੈ। ਆਪਣ ਖੇਲ ਆਪ ਵਰਤੀਜੈ, ਨਾਨਕ ਕਰਨੇ ਹਾਰ ਨਾ ਦੂਜਾ। ਇਹ ਖੇਡ ਉਹਦੀ ਆਪ ਦੀ ਹੈ, ਆਪ ਖੁਸ਼ ਹੋ ਕੇ ਖੇਡੀ ਹੈ। ਨਾਨਕ ਕੋਈ ਹੋਰ ਨਹੀਂ ਹੈ, ਕੋਈ ਦੂਸਰਾ ਬਣਾਉਣ ਵਾਲਾ ਨਹੀਂ ਹੈ। ਇੱਕੋ ਇੱਕ ਦਾਤਾ ਪਰਮੇਸ਼ਰ ਡੂਅਰ ਹੈ, ਕ੍ਰੀਏਟਰ ਹੈ, ਰਚਣਹਾਰ ਹੈ,
ਰਚਨਾ ਬਣਾਉਣ ਵਾਲਾ ਆਪੇ ਆਪ ਹੈ। ਗੁਰੂ ਪਿਆਰਿਓ, ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।